ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਇਸ ਲੈਕਚਰ ਦੇ ਵਿੱਚ ਅਸੀਂ ਐਕਸੋਗੈਮੀ, ਮੈਰਿਜ ਦੇ ਡਿਫਰੈਂਟ ਫਾਰਮਸ ਦਾ ਜਿਹੜਾ ਪਹਿਲਾ ਰੂਪ ਹੈਗਾ ਉਸ ਦੀ ਗੱਲ ਕਰਾਂਗੇ। ਗੋਤਰਾ ਐਕਸੋਗੈਮੀ, ਗੋਤ ਬਾਹਰੀ ਵਿਆਹ। ਗੋਤ ਬਾਹਰੀ ਵਿਆਹ ਦਾ ਅਰਥ ਹੈ ਵਿਅਕਤੀ ਨੂੰ ਆਪਣੇ ਗੋਤ ਵਿੱਚ ਵਿਆਹ ਕਰਾਉਣ ਦੀ ਮਨਾਹੀ ਹੈ। ਗੋਤਰ ਬਾਹਰੀ ਵਿਆਹ ਦੇ ਨਿਯਮ ਅਨੁਸਾਰ ਹਿੰਦੂ ਸਮਾਜ ਵਿੱਚ ਵਿਅਕਤੀ ਵਿਸ਼ੇਸ਼ ਆਪਣੇ ਗੋਤਰ ਦੇ ਲੋਕਾਂ ਨਾਲ ਵਿਵਾਹਿਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ। ਅਰਥਾਤ ਪਤੀ ਪਤਨੀ ਇੱਕੋ ਹੀ ਗੋਤਰ ਦੇ ਨਹੀਂ ਹੋ ਸਕਦੇ। ਹਿੰਦੂਆਂ ਦੇ ਧਾਰਮਿਕ ਗ੍ਰੰਥ ਮਨੂ ਸਮ੍ਰਿਤੀ ਵਿੱਚ ਇੱਕ ਆਦਮੀ ਨੂੰ ਆਪਣੇ ਹੀ ਗੋਤਰ ਰੱਖਣ ਵਾਲੀ ਕੁੜੀ ਨਾਲ ਵਿਆਹ ਕਰਨ ਦੀ ਮਨਾਹੀ ਕਰਦੇ ਹਨ। ਅਪਰਾਰਕਾਰ ਨੇ ਵੀ ਇੱਕ ਸ਼ਲੋਕ ਵਿੱਚ ਅਜਿਹਾ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਹਿੰਦੂਆਂ ਨੂੰ ਜਾਣ-ਬੁੱਝ ਕੇ ਆਪਣੀ ਗੋਤਰ ਦੀ ਲੜਕੀ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ। ਜੇਕਰ ਕੋਈ ਵਿਅਕਤੀ ਵਿਆਹ ਕਰਵਾਉਂਦਾ ਹੈ ਤਾਂ ਵਿਅਕਤੀ ਵਿਸ਼ੇਸ਼ ਨੂੰ ਜਾਤ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਉਸ ਦੀ ਸੰਤਾਨ ਚੰਡਾਲ ਸਮਝੀ ਜਾਂਦੀ ਹੈ। ਨੈਕਸਟ, ਗੋਤਰ ਵਿਆਹ ਦਾ ਇਤਿਹਾਸਿਕ ਪਿਛੋਕੜ। ਹਿਸਟੋਰੀਕਲ ਬੈਕਗਰਾਉਂਡ ਆਫ ਗੋਤਰਾ ਐਕਸੋਗੈਮੀ। ਗੋਤਰ ਬਾਹਰੀ ਵਿਆਹ ਅਰਥਾਤ ਗੋਤਰ ਵਿੱਚ ਵਿਆਹ ਨਾ ਕਰਨ ਦੀ ਪ੍ਰਥਾ ਕਦੋਂ ਅਤੇ ਕਿਵੇਂ ਪ੍ਰਚਲਿਤ ਹੋਈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਵੱਖ-ਵੱਖ ਸਮਾਜ ਵਿਗਿਆਨੀਆਂ ਨੇ ਵੱਖ-ਵੱਖ ਵਿਚਾਰ ਦਿੱਤੇ ਹਨ। A.S. ਆਲਟੇਕਰ ਦਾ ਕਹਿਣਾ ਹੈ ਕਿ ਵੈਦਿਕ ਕਾਲ ਤੋਂ ਈਸਾ ਦੇ 600 ਸਾਲ ਪਹਿਲਾਂ ਤੱਕ ਭਾਰਤ ਵਿੱਚ ਗੋਤਰ ਵਿਆਹ ਉੱਤੇ ਕੋਈ ਵੀ ਪਾਬੰਦੀ ਨਹੀਂ ਸੀ ਲਗਾਈ ਗਈ। K.M. ਕਪਾਡੀਆ ਨੇ ਆਪਣੀ ਕਿਤਾਬ ਹਿੰਦੂ ਕਿਨਸ਼ਿਪ ਵਿੱਚ ਕਈ ਪ੍ਰਮਾਣਾਂ ਸਹਿਤ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਵੈਦਿਕ ਕਾਲ ਵਿੱਚ ਗੋਤਰ ਵਿਆਹ ਉੱਤੇ ਪਾਬੰਦੀ ਨਹੀਂ ਸੀ। ਕਪਾਡੀਆ ਦਾ ਕਹਿਣਾ ਹੈ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਈਰਾਨ ਸੀ, ਪਰ ਈਰਾਨ ਵਿੱਚ ਗੋਤਰ ਬਾਹਰੀ ਵਿਆਹ ਕਦੇ ਵੀ ਪ੍ਰਚਲਿਤ ਨਹੀਂ ਰਿਹਾ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਰਤ ਵਿੱਚ ਆਉਣ ਤੋਂ ਪਹਿਲਾਂ ਆਰੀਆ ਲੋਕਾਂ ਵਿੱਚ ਗੋਤਰ ਵਿਆਹ ਉੱਤੇ ਪਾਬੰਦੀ ਨਹੀਂ ਸੀ। ਕਪਾਡੀਆ ਅੱਗੇ ਦੱਸਦਾ ਹੈ ਕਿ ਇਸ ਤੋਂ ਘੱਟ ਇਹ ਅਨੁਮਾਨ ਤਾਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਆ ਕੇ ਵਸਣ ਤੋਂ ਬਾਅਦ ਕੁਝ ਦੇਰ ਤੱਕ ਇੰਡੋ ਆਰੀਅਨ ਲੋਕ ਬਾਹਰੀ ਵਿਆਹ ਨਹੀਂ ਕਰਦੇ ਸਨ। ਕਪਾਡੀਆ ਦੇ ਅਨੁਸਾਰ ਗੋਤਰ ਬਾਹਰੀ ਵਿਆਹ ਦੇ ਨਿਯਮ ਦਾ ਜ਼ਿਕਰ ਸਭ ਤੋਂ ਪਹਿਲਾਂ ਗ੍ਰਹਿ ਸੂਤਰ ਵਿੱਚ ਆਇਆ ਅਤੇ ਇਸ ਦੇ ਸਿੱਟੇ ਵਜੋਂ ਮੰਨਿਆ ਜਾ ਸਕਦਾ ਹੈ ਕਿ ਗੋਤਰ ਬਾਹਰੀ ਵਿਆਹ ਦਾ ਪਹਿਲਾ ਪ੍ਰਗਟਾਵਾ ਬ੍ਰਾਹਮਣ ਦੇ ਸਮੇਂ ਵਿੱਚ ਹੋਇਆ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੋ ਗੋਤਰ ਸੰਬੰਧੀਆਂ ਦੇ ਵਿੱਚ ਵਿਆਹ ਨਾ ਕਰਾਉਣ ਦੀ ਪ੍ਰਥਾ ਪ੍ਰਚਲਿਤ ਹੈ, ਇਸ ਦਾ ਵਿਕਾਸ ਇਤਿਹਾਸ ਦੇ ਹਜ਼ਾਰਾਂ ਸਾਲਾਂ ਵਿੱਚ ਹੋਇਆ ਹੈ। ਇਸ ਦਾ ਵਿਕਾਸ ਹੈ ਜਿਹੜਾ ਹੌਲੀ-ਹੌਲੀ ਹੋਇਆ, ਇਸ ਨੂੰ ਸ਼ੁਰੂ ਹੋਏ ਨੂੰ ਹਜ਼ਾਰਾਂ ਸਾਲ ਹੋ ਗਏ ਨੇ। ਗੋਤਰ ਦਾ ਸ਼ਾਬਦਿਕ ਅਰਥ ਗਾਵਾਂ ਨੂੰ ਪਾਲਣ ਵਾਲੇ ਸਮੂਹ ਜਾਂ ਗਾਂ ਨੂੰ ਬੰਨ੍ਹਣ ਦਾ ਸਥਾਨ, ਜਿਸ ਨੂੰ ਵਾੜਾ ਕਿਹਾ ਜਾਂਦਾ ਹੈ, ਤੋਂ ਹੈ। ਗੋਤਰ ਜਿਹੜਾ ਹੈਗਾ ਜਿਹੜਾ ਇਸ ਦਾ ਅਰਥ ਹੈ ਇਹ ਗਾਵਾਂ ਤੋਂ ਜਾਂ ਗਾਵਾਂ ਨੂੰ ਬੰਨ੍ਹਣ ਵਾਲੀ ਸਥਾਨ, ਜਿਸ ਨੂੰ ਵਾੜਾ ਕਿਹਾ ਜਾਂਦਾ ਹੈ, ਉਸ ਤੋਂ ਲਿਆ ਜਾਂਦਾ ਹੈ। ਗੋਤਰ ਸ਼ਬਦ ਵੈਦਿਕ ਸਾਹਿਤ ਵਿੱਚ ਗਾਵਾਂ ਦੀ ਰੱਖਿਆ ਲਈ ਬਣਾਏ ਗਏ ਵਾੜੇ ਸਨ। ਇਸ ਆਧਾਰ ਤੇ ਮੈਕਸ ਮੂਲਰ ਨੇ ਇਹ ਕਲਪਨਾ ਕੀਤੀ ਕਿ ਜਿਨ੍ਹਾਂ ਲੋਕਾਂ ਦੀਆਂ ਗਾਵਾਂ ਇੱਕ ਸਥਾਨ ਤੇ ਬੱਝੀਆਂ ਸਨ ਜਾਂ ਇੱਕ ਸਥਾਨ ਤੇ ਰਹਿੰਦੀਆਂ ਸਨ, ਉਹਨਾਂ ਵਿੱਚ
ਨੈਤਿਕ ਸੰਬੰਧ ਸਥਾਪਿਤ ਹੋ ਜਾਂਦੇ ਸਨ ਤੇ ਉਹ ਆਪਸ ਵਿੱਚ ਵਿਆਹ ਨਹੀਂ ਕਰਦੇ ਸਨ। ਉਸ ਦਾ ਕਹਿਣਾ ਹੈ ਕਿ ਇਹ ਵੀ ਸੰਭਵ ਹੈ ਕਿ ਉਹ ਆਪਸ ਵਿੱਚ ਖੂਨ ਸੰਬੰਧੀ ਹੋਣ ਅਤੇ ਆਪਣੇ ਆਪ ਨੂੰ ਇੱਕੋ ਜਾਂ ਸਾਂਝੇ ਪੂਰਵਜ ਦੀ ਸੰਤਾਨ ਮੰਨਦੇ ਹੋਣ, ਇੱਕੋ ਥਾਂ 'ਤੇ ਆਪਣੀਆਂ ਗਾਵਾਂ ਬੰਨ੍ਹਦੇ ਹੋਣ। ਇਸ ਆਧਾਰ 'ਤੇ ਅਨੇਕ ਗੋਤਰਾਂ ਦਾ ਨਿਰਮਾਣ ਹੋਇਆ ਅਤੇ ਗੋਤਰ ਵਿਸ਼ੇਸ਼ ਦੇ ਲੋਕ ਨੈਤਿਕ ਜਾਂ ਖੂਨ ਸੰਬੰਧਾਂ ਦੇ ਕਾਰਨ ਇੱਕ ਦੂਸਰੇ ਨੂੰ ਰਿਸ਼ਤੇਦਾਰ ਮੰਨਣ ਲੱਗੇ। ਨਤੀਜੇ ਵਜੋਂ ਇੱਕ ਗੋਤਰ ਦੇ ਲੋਕਾਂ ਵਿੱਚ ਵਿਆਹ ਕਰਾਉਣ ਦੀ ਮਨਾਹੀ ਹੋ ਗਈ। ਇਸ ਤੋਂ ਇਲਾਵਾ ਕ੍ਰਿੰਦੀਕਾਰ ਅਨੁਸਾਰ ਰਿਗਵੇਦ ਕਾਲ ਵਿੱਚ ਗੋਤਰ ਸ਼ਬਦ ਭਾਵੇਂ ਪਰਿਵਾਰ ਦੇ ਅਰਥਾਂ ਵਿੱਚ ਪ੍ਰਯੋਗ ਨਹੀਂ ਕੀਤਾ ਗਿਆ, ਫਿਰ ਵੀ ਇਸ ਸਮੂਹ ਦਾ ਵਿਚਾਰ ਹੌਲੀ-ਹੌਲੀ ਜੁੜਦਾ ਰਿਹਾ ਅਤੇ ਛਿੰਦੋਗਿਆ ਉਪਨਿਸ਼ਦ ਵਿੱਚ ਤਾਂ ਇਹ ਸ਼ਬਦ ਨਿਸ਼ਚੇ ਹੀ ਪਰਿਵਾਰ ਦੇ ਅਰਥ ਵਿੱਚ ਆਇਆ ਹੈ। ਇਸ ਤੋਂ ਇਲਾਵਾ ਵਿਗਿਆਨੇਸ਼ਵਰ ਦਾ ਕਹਿਣਾ ਹੈ ਕਿ ਵੰਸ਼ ਪਰੰਪਰਾ ਵਿੱਚ ਜਿਹੜਾ ਨਾਂ ਪ੍ਰਸਿੱਧ ਹੁੰਦਾ ਹੈ ਉਹ ਗੋਤਰ ਹੈ ਅਤੇ ਇਸ ਦੇ ਮੈਂਬਰ ਵਿੱਚ ਆਪਸ ਵਿੱਚ ਵਿਆਹ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਅਗਲੇ ਸਮਾਜ ਵਿਗਿਆਨੀ PV ਕਾਨੇ ਅਨੁਸਾਰ ਗੋਤਰ ਦਾ ਅਰਥ ਹੈ ਇੱਕ ਹੀ ਖੂਨ ਵਾਲੇ ਵਿਅਕਤੀਆਂ ਤੋਂ, ਭਾਵ ਇੱਕ ਹੀ ਖੂਨ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੇ ਸਮੂਹ ਨੂੰ ਜਿਨ੍ਹਾਂ ਦਾ ਇੱਕੋ ਗੋਤਰ ਹੁੰਦਾ ਹੈ। ਹਿੰਦੂਆਂ ਦੇ ਧਰਮ ਗ੍ਰੰਥ ਸਤਿਆਸਾੜ ਹਿਰਨਾਕਸ਼ੀ ਸ਼੍ਰੋਤ ਸੂਤਰ ਅਨੁਸਾਰ ਗੋਤਰ 8 ਰਿਸ਼ੀਆਂ ਦੀ ਸੰਤਾਨ ਨੂੰ ਕਹਿੰਦੇ ਹਨ। 8 ਰਿਸ਼ੀ ਹਨ ਵਿਸ਼ਵਾਮਿਤਰ, ਜਮਦਗਿਨ, ਭਰਦਵਾਜ, ਗੌਤਮ, ਅਰਤਰ, ਵਸ਼ਿਸ਼ਟ, ਕੇਸ਼ਵ ਅਤੇ ਅਗਸਤਿਆ। ਪਤੰਜਲੀ ਨੇ ਵੀ 8 ਰਿਸ਼ੀਆਂ ਦੀ ਹੀ ਸੰਤਾਨ ਨੂੰ ਗੋਤਰ ਮੰਨਿਆ ਹੈ। ਮੇਗਾਤਿਥੀ ਨੇ ਇਹ ਸਪਸ਼ਟ ਕੀਤਾ ਹੈ ਕਿ ਗੋਤਰ ਦਾ ਅਰਥ ਇਹ ਨਹੀਂ ਕਿ ਉਹ ਕਿਸੇ ਵਿਸ਼ੇਸ਼ ਸਮੇਂ ਵਿੱਚ ਪੈਦਾ ਹੋਏ ਰਿਸ਼ੀ ਦੀ ਸੰਤਾਨ ਹਨ, ਬਲਕਿ ਜਿਸ ਤਰ੍ਹਾਂ ਪਰੰਪਰਾ ਅਨੁਸਾਰ ਕੁਝ ਨੂੰ ਬ੍ਰਾਹਮਣ ਮੰਨਿਆ ਜਾਂਦਾ ਹੈ, ਉਸੇ ਹੀ ਤਰ੍ਹਾਂ ਗੋਤਰ ਵੀ ਰਵਾਇਤੀ ਵੰਸ਼ ਦਾ ਨਾਂ ਹੈ। ਭਾਰਤੀ ਨਿਆਂ ਪ੍ਰਣਾਲੀ ਲੀਗਲ ਸਿਸਟਮ ਮਿਥਕਸ਼ਰਾ ਅਨੁਸਾਰ ਗੋਤਰ ਦਾ ਅਰਥ ਹੈ ਖੂਨ ਦੀ ਨੇੜਤਾ। ਇੱਕ ਗੋਤ ਦੇ ਲੋਕਾਂ ਵਿੱਚ ਇੱਕ ਖੂਨ ਦਾ ਹੋਣ ਕਾਰਨ ਬਾਹਰੀ ਵਿਆਹ ਦਾ ਨਿਯਮ ਲਾਗੂ ਹੁੰਦਾ ਹੈ। ਵਿਗਿਆਨੇਸ਼ਵਰ ਅਨੁਸਾਰ ਬ੍ਰਾਹਮਣ ਦੇ ਹੀ ਵਿਸ਼ੇਸ਼ ਗੋਤਰ ਹਨ ਅਤੇ ਬ੍ਰਾਹਮਣਾਂ ਵਿੱਚ ਹੀ ਗੋਤਰ ਤੋਂ ਬਾਹਰ ਵਿਆਹ ਕਰਨ ਦੀ ਪ੍ਰਥਾ ਸਭ ਤੋਂ ਪਹਿਲਾਂ ਪ੍ਰਚਲਿਤ ਹੋਈ। ਖੱਤਰੀਆਂ ਅਤੇ ਵੈਸ਼ਾਂ ਵਿੱਚ ਉਹਨਾਂ ਦੇ ਪੁਰੋਹਿਤਾਂ ਦੇ ਗੋਤਰ ਮੰਨੇ ਜਾਂਦੇ ਸਨ। ਇਹਨਾਂ ਵਿੱਚ ਵੰਸ਼ ਪਰੰਪਰਾ ਕਿਸੇ ਰਿਸ਼ੀ ਤੋਂ ਨਹੀਂ ਬਲਕਿ ਕਿਸੇ ਸਿੱਧ ਤੋਂ ਚੱਲਦੀ ਹੈ। ਸ਼ੂਦਰ ਦਾ ਕੋਈ ਗੋਤਰ ਨਹੀਂ ਹੁੰਦਾ, ਪਰੰਤੂ ਆਧੁਨਿਕ ਭਾਰਤ ਵਿੱਚ ਵਕਤ ਗੁਜ਼ਰਨ ਦੇ ਨਾਲ ਨਾਲ ਕਿਸੇ ਨਾ ਕਿਸੇ ਆਧਾਰ ਉੱਤੇ ਸਭ ਜਾਤਾਂ ਵਿੱਚ ਗੋਤਾਂ ਦਾ ਵਿਕਾਸ ਹੋ ਚੁੱਕਿਆ ਹੈ ਅਤੇ ਸਭ ਆਪਣੇ ਗੋਤਰ ਤੋਂ ਬਾਹਰ ਵਿਆਹ ਕਰਨਾ ਹੀ ਪਸੰਦ ਕਰਦੇ ਹਨ। ਰਾਜਪੂਤਾਂ ਵਿੱਚ ਅਨੇਕਾਂ ਜੇਤੂਆ ਅਤੇ ਵੰਸ਼ ਦੇ ਆਦਿ ਪੁਰਸ਼ ਤੋਂ ਵੀ ਗੋਤਰ ਚੱਲਦੇ ਹਨ। ਕਦੀ-ਕਦੀ ਤਾਂ ਗੋਤਰ ਉਸ ਸਥਾਨ ਦੇ ਨਾਂ ਤੋਂ ਚੱਲਦਾ ਹੈ ਜਿੱਥੇ ਵੰਸ਼ ਦਾ ਆਦਿ ਪੁਰਖ ਰਹਿੰਦਾ ਸੀ। ਇਸ ਤਰ੍ਹਾਂ ਗੋਤਰ ਦੀ ਧਾਰਨਾ ਦਾ ਵਿਕਾਸ ਹਰੇਕ ਜਾਤ ਵਿੱਚ ਅਲੱਗ-ਅਲੱਗ ਹੋਇਆ ਹੈ, ਇਸ ਲਈ ਇਸ ਦੇ ਅਰਥ ਹਰੇਕ ਜਾਤ ਵਿੱਚ ਵੱਖਰੇ-ਵੱਖਰੇ ਸਮਝੇ ਜਾਂਦੇ ਹਨ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੋਤਰ ਸ਼ਬਦ ਦੀ ਵਰਤੋਂ ਖੂਨ ਸੰਬੰਧੀਆਂ ਅਤੇ ਇੱਕੋ ਹੀ ਪੂਰਵਜ ਤੋਂ ਆਪਣੀ ਪੈਦਾਇਸ਼ ਮੰਨਣ ਵਾਲੇ ਲੋਕਾਂ ਦੇ ਸਮੂਹ ਲਈ ਕੀਤੀ ਜਾਂਦੀ ਹੈ। ਇਹ ਤਾਂ ਸੀਗਾ ਗੋਤਰ ਬਾਹਰੀ ਵਿਆਹ। ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਪਰਵਰ ਬਾਹਰੀ ਵਿਆਹ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਨੇ ਉਹ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਇਹ ਜਿਹੜਾ ਲੈਕਚਰ ਸੀ ਅੱਜ ਦਾ, ਇਸ 'ਤੇ ਸ਼ਾਰਟ ਕੁਐਸਚਨ ਮੈਕਸੀਮਮ ਟਾਈਮ ਆ ਜਾਂਦਾ ਜੇਕਰ ਤੁਹਾਡੇ ਸਿਲੇਬਸ ਦੇ ਵਿੱਚ ਇਹ ਹੈ। ਥੈਂਕ ਯੂ।